ਕੈਨੇਡਾ ਦੇ ਇਤਿਹਾਸ ਦੀ ਪੰਜਾਬੀ ਵਿੱਚ ਜਾਣਕਾਰੀ ਦੇਣ ਦਾ ਸਿਲਸਿਲਾ ਜਾਰੀ ਹੈ ਤੇ ਰੈੱਡ FM ਵੱਲੋਂ ਇਸ ਦੀ ਦੂਸਰੀ ਕਿਸ਼ਤ ਪੇਸ਼ ਕੀਤੀ ਜਾ ਰਹੀ ਹੈ। ਸਾਡਾ ਇਹ ਮਕਸਦ ਵੀ ਹੈ ਕਿ ਕੈਨੇਡਾ ਦੀ ਸਿਟੀਜ਼ਨਸ਼ਿਪ ਹਾਸਲ ਕਰਨ ਵਾਸਤੇ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਵੀ ਤੁਹਾਨੂੰ ਇਸ ਇਤਿਹਾਸ ਦੀ ਜਾਣਕਾਰੀ ਰਾਹੀਂ ਦਿੱਤੇ ਜਾ ਸਕਣ। ਤੁਸੀਂ ਅੱਜ ਦੂਸਰੀ ਕਿਸ਼ਤ ਦੇਖ ਰਹੇ ਹੋ ਤੇ ਜੇ ਇਸ ਦਾ ਪਹਿਲਾ ਹਿੱਸਾ ਤੁਸੀਂ ਨਹੀਂ ਦੇਖਿਆ ਹੈ ਤਾਂ YouTube ਦੇ ਰੈੱਡ FM ਕੈਨੇਡਾ ਪੇਜ ਤੇ ਜਾ ਕੇ ਤੁਸੀਂ ਇਸ ਦਾ ਪਿਛਲਾ ਹਿੱਸਾ ਵੀ ਦੇਖ ਸਕਦੇ ਹੋ। मूल निवासी ਅਤੇ ਟ੍ਰੀਟੀ ਅਧਿਕਾਰਾਂ ਬਾਰੇ ਕੈਨੇਡਾ ਦੇ ਸੰਵਿਧਾਨ ਵਿੱਚ ਗੱਲ ਬਹੁਤ ਚੰਗੀ ਤਰ੍ਹਾਂ ਕੀਤੀ ਗਈ ਹੈ। ਕਿੰਗ ਜਾਰਜ III ਨੇ ਟੈਰੀਟੋਰੀਅਲ ਅਧਿਕਾਰਾਂ ਨੂੰ 1763 ਵਿੱਚ ਸ਼ਾਹੀ ਮਾਨਤਾ ਦੇ ਦਿੱਤੀ ਸੀ। ਨਵੇਂ ਆਉਣ ਵਾਲਿਆਂ ਵਾਸਤੇ ਇਹਨਾਂ ਟ੍ਰੀਟੀਜ਼ ਨੂੰ ਤਿਆਰ ਕੀਤਾ ਗਿਆ ਸੀ, ਪਰ ਇਹਨਾਂ ਟ੍ਰੀਟੀਜ਼ ਦੀ ਬਹੁਤੀ ਪਰਵਾਹ ਨਹੀਂ ਕੀਤੀ ਗਈ। ਸਾਲ 1800 ਤੋਂ ਲੈ ਕੇ 1980 ਦੇ ਦਹਾਕੇ ਤੱਕ ਫੈਡਰਲ ਸਰਕਾਰਾਂ ਨੇ ਮੂਲ ਨਿਵਾਸੀ ਬੱਚਿਆਂ ਨੂੰ ਰੈਜ਼ੀਡੈਂਸ਼ੀਅਲ ਸਕੂਲਜ਼ ਵਿੱਚ ਪੜ੍ਹਾਉਣ ਦੀ ਯੋਜਨਾ ਨੂੰ ਚਾਲੂ ਰੱਖਿਆ ਤੇ ਇਹ ਕੋਸ਼ਿਸ਼ ਕੀਤੀ ਕਿ ਮੂਲ ਨਿਵਾਸੀ ਬੱਚਿਆਂ ਨੂੰ ਵਿਦੇਸ਼ੀ ਲੋਕਾਂ ਨਾਲ ਇੱਕਮਿਕ ਕੀਤਾ ਜਾਏ। ਇਹਨਾਂ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਮੂਲ ਨਿਵਾਸੀ ਬੱਚਿਆਂ ਨਾਲ ਅੰਨਾ ਧੱਕਾ ਕੀਤਾ ਗਿਆ। ਮੂਲ ਨਿਵਾਸੀ ਜ਼ੁਬਾਨਾਂ ਤੇ ਭਾਸ਼ਾਵਾਂ ਲਗਭਗ ਪਾਬੰਦੀ ਹੇਠ ਲੈ ਆਂਦੀਆਂ ਗਈਆਂ। ਸਾਲ 2008 ਵਿੱਚ ਫੈਡਰਲ ਸਰਕਾਰ ਨੇ ਇਹਨਾਂ ਜ਼ੁਲਮਾਂ ਵਾਸਤੇ ਰਸਮੀ ਤੌਰ ਉੱਤੇ ਮਾਫੀ ਵੀ ਮੰਗੀ। Mr. Speaker, I stand before you today to offer an apology to former students of Indian residential schools. The treatment of children in Indian residential schools is a sad chapter in our history. ਅੱਜ ਦੇ ਕੈਨੇਡਾ ਵਿੱਚ ਮੂਲ ਨਿਵਾਸੀ ਮਾਣ ਨਾਲ ਅਤੇ ਸਵੈ ਭਰੋਸਗੀ ਨਾਲ ਤਰੱਕੀਆਂ ਕਰ ਰਹੇ ਨੇ ਤੇ ਉਹਨਾਂ ਹਰ ਫੀਲਡ ਵਿੱਚ ਸ਼ਲਾਘਾਯੋਗ ਕੰਮ ਕੀਤੇ ਨੇ। ਐਬੋਰੀਜਨਲ ਟਰਮ 3 ਮੁੱਖ ਸਮੂਹਾਂ ਨਾਲ ਸੰਬੰਧਿਤ ਹੈ। ਇਹਨਾਂ ਵਿੱਚੋਂ ਇੱਕ ਹੈ ਇੰਡੀਅਨਸ, ਦੂਸਰੇ ਇਨੂਇਟ ਅਤੇ ਤੀਸਰੇ ਮੇਟੀ। 1970 ਦੇ ਦਹਾਕੇ ਵਿੱਚ ਫਸਟ ਨੇਸ਼ਨਸ ਟਰਮ ਵਰਤੀ ਜਾਣ ਲੱਗੀ ਸੀ। ਅੱਜ ਇਹਨਾਂ ਮੂਲ ਨਿਵਾਸੀਆਂ ਵਿੱਚੋਂ ਅੱਧੇ 600 ਦੇ ਕਰੀਬ ਕਮਿਊਨਿਟੀਜ਼ ਵਿੱਚ ਰਿਜ਼ਰਵ ਇਲਾਕਿਆਂ ਵਿੱਚ ਰਹਿੰਦੇ ਨੇ ਤੇ ਬਾਕੀ ਸ਼ਹਿਰੀ ਖੇਤਰਾਂ ਵਿੱਚ। ਇਨੂਇਟ ਦਾ ਸ਼ਬਦੀ ਅਰਥ ਇਹਨਾਂ ਦੀ ਭਾਸ਼ਾ ਵਿੱਚ ਹੈ ਲੋਕ, ਦਾ ਪੀਪਲ। ਇਨੂਇਟ ਲੋਕਾਂ ਦੀ ਭਾਸ਼ਾ ਦਾ ਨਾਮ ਹੈ ਇਨੂਕਟਾਟੂਟ। ਇਹ ਆਰਕਟਿਕ ਖੇਤਰ ਵਿੱਚ ਵਧੇਰੇ ਰਹਿੰਦੇ ਨੇ। ਆਰਕਟਿਕ ਖੇਤਰ ਵਿੱਚ ਕੈਨੇਡਾ, ਡੈਨਮਾਰਕ, ਗ੍ਰੀਨਲੈਂਡ, ਆਈਸਲੈਂਡ, ਫਿਨਲੈਂਡ, ਨਾਰਵੇ, ਰਸ਼ੀਆ ਤੇ ਸਵੀਡਨ ਆਉਂਦੇ ਨੇ। ਧਰਤੀ ਉੱਤੇ ਵਿਚਰਨ ਅਤੇ ਜੰਗਲੀ ਮੌਸਮੀ ਵਾਤਾਵਰਣ ਨਾਲ ਇੱਕਮਿਕ ਹੋਣ ਦੀ ਇਹਨਾਂ ਵਿੱਚ ਗਜ਼ਬ ਦੀ ਸਮਝ ਹੈ। ਮੇਟੀ ਲੋਕ ਮੂਲ ਨਿਵਾਸੀ ਅਤੇ ਯੂਰਪੀਅਨ ਲੋਕਾਂ ਦਾ ਮੇਲ ਗਰੁੱਪ ਹੈ। ਇਹਨਾਂ ਵਿੱਚੋਂ ਵਧੇਰੇ ਪ੍ਰੇਰੀ ਇਲਾਕਿਆਂ ਵਿੱਚ ਰਹਿੰਦੇ ਨੇ ਤੇ ਇਹਨਾਂ ਦਾ ਪਿਛੋਕੜ ਫ੍ਰੈਂਚ ਅਤੇ ਇੰਗਲਿਸ਼ ਬੋਲਣ ਵਾਲਿਆਂ ਨਾਲ ਜਾ ਜੁੜਦਾ ਹੈ ਤੇ ਇਹ ਆਪਣੀ ਭਾਸ਼ਾ ਮਿਚਿਫ ਨਾਲ ਬੋਲਦੇ ਨੇ। ਕੁੱਲ 65% ਲੋਕ ਫਸਟ ਨੇਸ਼ਨ ਤੋਂ ਨੇ, 30% ਮੇਟੀ ਅਤੇ 4% ਇਨੂਇਟ ਨੇ। ਅੱਜ ਦੇ ਕੈਨੇਡਾ ਵਿੱਚ ਲਗਭਗ 18 ਮਿਲੀਅਨ ਲੋਕ ਅੰਗਰੇਜ਼ੀ ਬੋਲਦੇ ਨੇ ਅਤੇ 7 ਮਿਲੀਅਨ ਲੋਕਾਂ ਦੀ ਭਾਸ਼ਾ ਫ੍ਰੈਂਚ ਹੈ। ਫ੍ਰੈਂਚ ਬੋਲਣ ਵਾਲਿਆਂ ਦੀ ਵਧੇਰੇ ਗਿਣਤੀ ਕੁਬੈਕ ਸੂਬੇ ਵਿੱਚ ਰਹਿੰਦੀ ਹੈ। ਸਿਰਫ ਨਿਊ ਬ੍ਰੰਜ਼ਵਿਕ ਹੀ ਅੰਗਰੇਜ਼ੀ ਅਤੇ ਫ੍ਰੈਂਚ ਦੋਭਾਸ਼ੀ ਸੂਬਾ ਹੈ। ਉਧਰ ਲੂਈ 13ਵੇਂ ਨੇ ਆਪਣੇ ਕਬਜ਼ੇ ਵਾਲੇ ਨਿਊ ਫਰਾਂਸ ਦੇ ਇਲਾਕੇ ਵਿੱਚ ਮੋਤਬਰ ਲੋਕਾਂ ਨੂੰ ਵੱਡੀਆਂ ਜ਼ਮੀਨਾਂ ਅਲਾਟ ਕਰ ਦਿੱਤੀਆਂ ਤੇ ਇਧਰ ਖੇਤੀਬਾੜੀ ਅਤੇ ਪਸ਼ੂ ਪਾਲਣ ਦਾ ਕੰਮ ਧੰਦਾ ਸ਼ੁਰੂ ਹੋ ਗਿਆ। ਯੂਰਪ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਇਹੀ ਸਿਸਟਮ ਅੱਜ ਵੀ ਲਾਗੂ ਹੈ। 17ਵੀਂ ਸਦੀ ਵਿੱਚ ਉਸ ਸਮੇਂ ਇੰਗਲੈਂਡ ਅਤੇ ਫਰਾਂਸ ਦੇ ਦਰਮਿਆਨ ਆਪਸੀ ਦੁਸ਼ਮਣੀ ਸੀ। ਚਾਰਲਸ II ਉਸ ਸਮੇਂ ਇੰਗਲੈਂਡ ਦੇ ਸ਼ਾਹੀ ਤਖਤ ਉੱਤੇ ਬੈਠਾ ਸੀ। ਉਸ ਦੀ ਬਾਜ਼ ਅੱਖ ਇਸ ਨਵੇਂ ਸੰਸਾਰ ਵਿੱਚ ਚੱਲ ਰਹੀਆਂ ਫਰਾਂਸੀਸੀ ਗਤੀਵਿਧੀਆਂ ਉੱਤੇ ਟਿਕੀ ਹੋਈ ਸੀ। ਉਹ ਖੁਦ ਉੱਤਰੀ ਅਮਰੀਕਾ ਦੇ ਇਸ ਹਿੱਸੇ ਵਿੱਚ ਆਪਣੀ ਪ੍ਰਭਾਵਸ਼ਾਲੀ ਹੋਂਦ ਸਥਾਪਿਤ ਕਰਨ ਦੀਆਂ ਯੋਜਨਾਵਾਂ ਬਣਾ ਰਿਹਾ ਸੀ। ਸੰਨ 1670 ਵਿੱਚ ਮਹਾਰਾਜਾ ਚਾਰਲਸ II ਨੇ ਹਡਸਨਜ਼ ਬੇ ਨਾਮ ਦੀ ਵਪਾਰਕ ਕੰਪਨੀ ਨੂੰ ਇਹ ਅਧਿਕਾਰ ਦਿੱਤੇ ਕਿ ਉਸ ਤੋਂ ਬਿਨਾਂ ਕੋਈ ਵੀ ਹੋਰ ਕੰਪਨੀ ਇਸ ਇਲਾਕੇ ਵਿੱਚ ਕਾਰੋਬਾਰ ਨਹੀਂ ਕਰ ਸਕੇਗੀ। ਨਾਲ ਹੀ ਉਸਨੇ ਇਹ ਫਰਮਾਨ ਵੀ ਦਿੱਤਾ ਕਿ ਜਿੰਨੇ ਵੀ ਨਦੀਆਂ ਨਾਲੇ ਜਿਸ ਇਲਾਕੇ ਵਿੱਚੋਂ ਆ ਕੇ ਹਡਸਨ ਦੀ ਖਾੜੀ ਵਿੱਚ ਜਾ ਕੇ ਡਿੱਗਣਗੇ ਉਹ ਸਾਰੇ ਇਲਾਕੇ ਇਸ ਕੰਪਨੀ ਦੇ ਅਧਿਕਾਰ ਖੇਤਰ ਵਿੱਚ ਰਹਿਣਗੇ। ਇਹ ਇਲਾਕਾ ਲੱਖਾਂ ਵਰਗ ਮੀਟਰਾਂ ਵਿੱਚ ਫੈਲਿਆ ਹੋਇਆ ਸੀ। ਬੰਗਾਲ ਦੀ ਖਾੜੀ ਤੋਂ ਬਾਅਦ ਹਡਸਨ ਦੀ ਖਾੜੀ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਖਾੜੀ ਹੈ। ਇਸ ਨਾਲ ਅੱਜ ਦੇ ਕੁਬੈਕ, ਓਨਟਾਰੀਓ, ਮੈਨੀਟੋਬਾ ਅਤੇ ਨੁਨਾਵਟ ਸੂਬਿਆਂ ਦੀ ਸੀਮਾ ਲੱਗਦੀ ਹੈ। ਜਦੋਂ ਉੱਥੇ ਪਹਿਲਾਂ ਤੋਂ ਹੀ ਰਹਿ ਰਹੇ ਫਰਾਂਸੀਸੀ ਲੋਕਾਂ ਨੇ ਵੇਖਿਆ ਕਿ ਇੰਗਲੈਂਡ ਦੇ ਲੋਕਾਂ ਨੇ ਉੱਥੇ ਦਖਲਅੰਦਾਜ਼ੀ ਸ਼ੁਰੂ ਕਰ ਦਿੱਤੀ ਹੈ ਤਾਂ ਉਹਨਾਂ ਮੂਲ ਨਿਵਾਸੀ ਲੋਕਾਂ ਦੀ ਸਹਾਇਤਾ ਨਾਲ 1680 ਦੇ ਦਹਾਕੇ ਵਿੱਚ ਉਹਨਾਂ ਉੱਪਰ ਹਮਲਾ ਕਰ ਦਿੱਤਾ। ਫਰਾਂਸੀਸੀ ਹਾਰ ਗਏ। ਇਸ ਹਾਰ ਪਿੱਛੋਂ ਫਰਾਂਸੀਸੀ ਅਤੇ ਇੰਗਲੈਂਡ ਦੇ ਲੋਕਾਂ ਵਿਚਕਾਰ ਰੁਕ ਕੇ ਝੜਪਾਂ ਹੋਣ ਲੱਗ ਪਈਆਂ। ਦੋਵੇਂ ਯੂਰਪੀਅਨ ਤਾਕਤਾਂ ਦੀ ਲੜਾਈ ਵੱਧਦੀ ਚਲੀ ਗਈ। ਬਾਅਦ ਵਿੱਚ 1756 ਵਿੱਚ ਯੂਰਪ ਵਿੱਚ ਵੱਡੀਆਂ ਲੜਾਈਆਂ ਸ਼ੁਰੂ ਹੋ ਗਈਆਂ। ਇਹਨਾਂ ਨੂੰ 7 ਈਅਰਸ ਵਾਰ ਵੀ ਕਿਹਾ ਜਾਂਦਾ ਹੈ। ਇਹਨਾਂ ਲੜਾਈਆਂ ਨੇ ਨਾ ਕੇਵਲ ਯੂਰਪ ਸਗੋਂ ਉਸ ਤੋਂ ਵੀ ਬਾਹਰ ਆਪਣੇ ਪੈਰ ਪਸਾਰ ਲਏ ਸਨ।
ਇਸ ਦਾ ਅਸਰ ਉੱਤਰੀ ਅਮਰੀਕਾ ਤੇ ਵੀ ਪੈਣਾ ਲਾਜ਼ਮੀ ਸੀ। ਇੰਗਲੈਂਡ ਅਤੇ ਫਰਾਂਸੀਸੀ ਫੋਰਸਾਂ ਦੇ ਦਰਮਿਆਨ ਲੜਾਈ ਜ਼ਿਆਦਾ ਗੰਭੀਰ ਰੂਪ ਲੈ ਗਈ। 7 ਈਅਰਸ ਵਾਰ ਇਸ ਇਲਾਕੇ ਵਿੱਚ ਫ੍ਰੈਂਚ ਐਂਡ ਇੰਡੀਅਨ ਵਾਰ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ। ਸਾਲ 1763 ਵਿੱਚ ਜਦੋਂ ਸ਼ਾਂਤੀ ਬਹਾਲ ਹੋਈ ਤਾਂ ਇੰਗਲੈਂਡ ਜੇਤੂ ਰਿਹਾ ਤੇ ਉਸਨੇ ਇਸ ਸਾਰੇ ਇਲਾਕੇ ਨੂੰ ਕਬਜ਼ੇ ਹੇਠ ਲੈ ਲਿਆ ਜਿੱਥੇ-ਜਿੱਥੇ ਫਰਾਂਸੀਸੀਆਂ ਨੇ ਆ ਕੇ ਆਪਣੇ ਡੇਰੇ ਲਗਾਏ ਸਨ। ਉੱਤਰੀ ਅਮਰੀਕਾ ਦਾ ਇਹ ਉੱਤਰ ਪੂਰਬੀ ਇਲਾਕਾ ਇਸ ਤਰ੍ਹਾਂ ਇੰਗਲੈਂਡ ਦੇ ਕਬਜ਼ੇ ਹੇਠ ਆ ਗਿਆ। ਫਰਾਂਸ ਮੂਲ ਦੇ ਲੋਕ ਹੁਣ ਬਰਤਾਨਵੀ ਨਾਗਰਿਕ ਬਣ ਗਏ। ਸਾਲ 1763 ਦੀ ਪੈਰਿਸ ਦੀ ਸੰਧੀ ਦੇ ਤਹਿਤ ਅਜਿਹਾ ਕੀਤਾ ਗਿਆ। ਪ੍ਰੋਵਿੰਸ ਆਫ ਕਿਊਬੈਕ ਦੇ ਨਾਮ ਹੇਠ ਬਰਤਾਨੀਆ ਦੀ ਇਸ ਕੈਨੇਡੀਅਨ ਕਲੋਨੀ ਦਾ ਵਿਸਥਾਰ ਕੀਤਾ ਗਿਆ। ਇੰਗਲੈਂਡ ਦੇ ਸ਼ਾਸਕਾਂ ਨੇ ਕਦੀ ਵੀ ਅਜਿਹੀ ਕੋਈ ਕੋਸ਼ਿਸ਼ ਨਹੀਂ ਕੀਤੀ ਜਿੱਥੋਂ ਇਹ ਲੱਗੇ ਕਿ ਉਹਨਾਂ ਨੇ ਫਰਾਂਸੀਸੀ ਰੀਤੀ ਰਿਵਾਜਾਂ ਨੂੰ ਬਦਲਣ ਬਾਰੇ ਸੋਚਿਆ ਹੋਵੇ। ਇਹ ਇਲਾਕਾ ਲੰਬਾ ਸਮਾਂ ਫਰਾਂਸ ਦੇ ਕਬਜ਼ੇ ਹੇਠ ਰਿਹਾ ਹੋਣ ਕਰਕੇ ਇੱਥੇ ਫਰਾਂਸ ਦਾ ਕਲਚਰ ਆ ਚੁੱਕਿਆ ਸੀ, ਪਰ ਇੰਗਲੈਂਡ ਵੱਲੋਂ ਇਸ ਨੂੰ ਬਦਲਣ ਦੀ ਕੋਈ ਯੋਜਨਾ ਨਹੀਂ ਬਣਾਈ ਗਈ ਸੀ। ਸਾਲ 1774 ਵਿੱਚ 22 ਜੂਨ ਨੂੰ ਕੁਬੈਕ ਐਕਟ ਨੂੰ ਸ਼ਾਹੀ ਪ੍ਰਵਾਨਗੀ ਦਿੱਤੀ ਗਈ ਤੇ 1 ਮਈ 1775 ਨੂੰ ਇਸ ਕਾਨੂੰਨ ਨੂੰ ਲਾਗੂ ਕੀਤੇ ਜਾਣ ਪਿੱਛੋਂ ਬਰਤਾਨੀਆ ਨੇ ਉੱਤਰੀ ਅਮਰੀਕਾ ਵਿੱਚ ਰੋਮਨ ਕੈਥੋਲਿਕ ਚਰਚ ਨੂੰ ਮਾਨਤਾ ਦੇ ਦਿੱਤੀ। ਇਸੇ ਧਰਮ ਨੂੰ ਫਰਾਂਸ ਮੂਲ ਦੇ ਬਹੁਤੇ ਲੋਕ ਵੀ ਮੰਨਦੇ ਸਨ। ਇਸ ਦੇ ਨਾਲ ਹੀ ਫ੍ਰੈਂਚ ਸਿਵਲ ਲਾਅ ਵੀ ਲਾਗੂ ਕਰ ਦਿੱਤਾ ਗਿਆ। ਇਹਨਾਂ ਦੋਹਾਂ ਕਦਮਾਂ ਦੇ ਪਿੱਛੇ ਅੰਗਰੇਜ਼ ਸ਼ਾਸਕਾਂ ਦਾ ਵਿਚਾਰ ਸੀ ਕਿ ਇਸ ਨਾਲ ਇਸ ਖਿੱਤੇ ਵਿੱਚ ਸ਼ਾਂਤੀ ਬਣੀ ਰਹੇਗੀ ਤੇ ਫ੍ਰੈਂਚ ਮੂਲ ਦੇ ਲੋਕ ਅੰਗਰੇਜ਼ੀ ਸ਼ਾਸਨ ਨਾਲ ਨਾਰਾਜ਼ ਨਹੀਂ ਰਹਿਣਗੇ। ਇਸ ਤਰ੍ਹਾਂ ਉੱਥੇ ਅੰਗਰੇਜ਼ੀ ਸ਼ਾਸਨ ਹੇਠ ਫਰਾਂਸੀਸੀ ਕਦਰਾਂ ਕੀਮਤਾਂ ਪ੍ਰਫੁੱਲਤ ਹੋਣ ਲੱਗ ਪਈਆਂ ਤੇ ਇਹ ਸਿਲਸਿਲਾ ਅੱਜ ਵੀ ਜਾਰੀ ਹੈ। ਕਦੀ-ਕਦੀ ਫਰਾਂਸੀਸੀ ਕਦਰਾਂ ਕੀਮਤਾਂ ਨੂੰ ਲੈ ਕੇ ਬਰਤਾਨਵੀ ਅਤੇ ਫ੍ਰੈਂਚ ਮੂਲ ਦੇ ਲੋਕਾਂ ਵਿਚਕਾਰ ਝੜਪਾਂ ਹੋ ਜਾਂਦੀਆਂ ਸਨ। ਵਿਚਾਰਾਂ ਦਾ ਇਹ ਮਤਭੇਦ ਅੱਜ ਦੇ ਦੌਰ ਵਿੱਚ ਵੀ ਜਾਰੀ ਹੈ। ਬਹੁਤੇ ਕੈਨੇਡੀਅਨ ਇਹੀ ਮੰਨਦੇ ਨੇ ਕਿ ਉਹਨਾਂ ਦਾ ਪਿਛੋਕੜ ਬਰਤਾਨਵੀ ਹੀ ਹੈ। ਬਾਕੀ ਅਗਲੀ ਕਿਸ਼ਤ ਵਿੱਚ। ਰੈਡ FM ਕੈਨੇਡਾ ਲਈ ਮੈਂ ਰਿਸ਼ੀ ਨਾਗਰ।